ਗੁਰੂ ਰੂਪ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਸਭ ਨੂੰ ਪਤਾ ਹੈ, ਪਿਛਲੇ ਹਫਤੇ ਵਿੱਚ ਅਸੀਂ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਪੁਰਬ ਮਨਾਇਆ ਹੈ। ਸੋ ਅੱਜ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜੀਵਨ ਵਿੱਚ ਸਿੱਖ ਇਤਿਹਾਸ ਵਿੱਚੋਂ ਕੁਝ ਝਲਕੀਆਂ ਦੇਖਣ ਦਾ ਯਤਨ ਕਰਾਂਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਨਮ ਦੇ ਬਾਰੇ ਕਥਾ ਜਿਹੜੀ ਹੈ ਉਹ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਹਮੇਸ਼ਾ ਕੀਤੀ ਜਾਂਦੀ ਹੈ। ਸੋ ਅੱਜ ਅਸੀਂ ਮਨਾ ਰਹੇ ਹਾਂ ਗੁਰਗੱਦੀ ਪੁਰਬ। ਸੋ ਉਹਨਾਂ ਦੇ ਬਚਪਨ ਦੀ ਥੋੜ੍ਹੀ ਜਿਹੀ ਗੱਲ ਕਰਕੇ ਅਤੇ ਫਿਰ ਅਸੀਂ ਇਹ ਦੇਖਣਾ ਕਿ ਉਹਨਾਂ ਨੂੰ ਗੁਰਗੱਦੀ ਦੀ ਪ੍ਰਾਪਤੀ ਕਦੋਂ ਹੋਈ, ਕਿਵੇਂ ਹੋਈ, ਇਹ ਸਾਰਾ ਵਿਚਾਰ ਅਸੀਂ ਬਾਅਦ ਵਿੱਚ ਕਰਨਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੇ ਬਾਰੇ ਬੜੀ ਵਾਰੀ ਕਥਾ ਹੋ ਚੁੱਕੀ ਹੈ, ਹਰ ਵਾਰੀ ਹੁੰਦੀ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਾਦੀ ਤੋਂ ਕਾਫੀ ਸਮਾਂ ਬਾਅਦ ਮਾਤਾ ਗੰਗਾ ਜੀ ਦੀ ਇੱਛਾ ਪੂਰੀ ਕਰਨ ਵਾਸਤੇ ਮਹਾਰਾਜ ਜੀ ਨੇ ਉਹਨਾਂ ਨੂੰ ਬਾਬਾ ਬੁੱਢਾ ਜੀ ਕੋਲ ਭੇਜਿਆ ਅਤੇ ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਲੇਕਿਨ ਉਸ ਵਕਤ ਐਸਾ ਸਮਾਂ ਸੀ ਕਿ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਸੀ ਕਿ ਗੁਰੂ ਮਹਾਰਾਜ ਦੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ। ਸਾਰੀ ਸੰਗਤ ਬਹੁਤ ਖੁਸ਼ੀ ਮਨਾ ਰਹੀ ਸੀ, ਪਰ ਇੱਕ ਬੰਦਾ ਐਸਾ ਸੀ ਜੋ ਕਿ ਬਹੁਤ ਦੁਖੀ ਸੀ। ਉਹ ਬੰਦਾ ਕੌਣ ਸੀ? ਉਹ ਬੰਦੇ ਸੀ ਉਹਨਾਂ ਦਾ ਤਾਇਆ ਬਾਬਾ ਪ੍ਰਿਥੀ ਚੰਦ। ਪ੍ਰਿਥੀ ਚੰਦ ਬਿਲਕੁਲ ਉਹਨਾਂ ਦੇ ਜਨਮ ਤੋਂ ਖੁਸ਼ ਨਹੀਂ ਸੀ। ਕਿਉਂਕਿ ਉਸਨੂੰ ਇੱਕ ਗਲਤਫਹਿਮੀ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਗੁਰਗੱਦੀ ਮੇਰੇ ਪੁੱਤਰ ਨੂੰ ਮਿਲੇਗੀ ਜਾਂ ਮੈਨੂੰ ਮਿਲੇਗੀ, ਲੇਕਿਨ ਨਹੀਂ, ਉਹ ਚੀਜ਼ ਤਾਂ ਹੋ ਨਹੀਂ ਪਾਈ। ਸੋ ਉਹਨਾਂ ਨੂੰ ਇੱਕ ਇਹ ਵੀ ਉਮੀਦ ਸੀ ਬਹੁਤ ਜ਼ਿਆਦਾ ਕਿ ਇਹਨਾਂ ਦੇ ਘਰ ਕਿਹੜਾ ਕੋਈ ਬਾਲ ਬੱਚਾ, ਇਹਨਾਂ ਦੇ ਘਰ ਕੋਈ ਬੱਚਾ ਤਾਂ ਹੈ ਨਹੀਂ। ਸੋ ਇਹਨਾਂ ਦੇ ਘਰ ਦਾ ਸਾਰਾ ਸਮਾਨ, ਸਾਰਾ ਕੀਮਤੀ ਜੋ ਵੀ ਮਹਾਰਾਜ ਸੰਗਤਾਂ ਭੇਟਾਂ ਲੈ ਕੇ ਆਉਂਦੀਆਂ ਸੀ, ਉਹ ਸਾਰਾ ਸਾਨੂੰ ਹੀ ਮਿਲੇਗਾ, ਹੋਰ ਕੌਣ ਲਏਗਾ। ਸੋ ਉਹਨਾਂ ਦੇ ਜਨਮ ਦੀ ਖੁਸ਼ੀ ਨਾਲ ਉਸਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ। ਸਿਰਫ ਨਿਰਾਸ਼ਾ ਹੀ ਨਹੀਂ ਹੋਈ, ਉਹਦੀ ਇਤਨੀ ਨੀਚ ਕਰਮਾਂ 'ਤੇ ਉਹ ਆ ਗਿਆ ਕਿ ਕਿਸੇ ਤਰੀਕੇ ਇਸ ਬੱਚੇ ਨੂੰ ਖ਼ਤਮ ਕਰ ਦਿੱਤਾ ਜਾਏ। ਸੋ ਉਸਨੇ ਬੜੀ ਕੋਸ਼ਿਸ਼ ਕੀਤੀ, 3-4 ਵਾਰੀ ਜਾਨਲੇਵਾ ਹਮਲੇ ਕੀਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 'ਤੇ। ਬੜੀ ਵਾਰੀ ਅਸੀਂ ਇੱਕ ਕਥਾ ਸੁਣਦੇ ਹਾਂ ਕਿ ਉਹਨਾਂ ਨੇ ਇੱਕ ਸਪੇਰੇ ਨੂੰ ਭੇਜਿਆ ਸੱਪ ਦਾ ਤਮਾਸ਼ਾ ਦਿਖਾਉਣ ਵਾਸਤੇ ਕਿ ਸੱਪ ਆਪਣੇ ਆਪ ਲੜ ਜਾਏਗਾ ਅਤੇ ਬੱਚਾ ਖਤਮ ਹੋ ਜਾਏਗਾ। ਘਰ ਦੇ ਰਸੋਈਏ ਨੂੰ ਪੈਸੇ ਦੇ ਕੇ ਅਤੇ ਕਿਹਾ ਕਿ ਦਹੀਂ ਖਵਾਓਗੇ, ਵਿੱਚ ਜ਼ਹਿਰ ਪਾ ਕੇ ਖਵਾ ਦੇਣਾ ਤਾਂ ਕਿ ਬੱਚਾ ਜੋ ਹੈ ਉਹ ਖਤਮ ਹੋ ਜਾਏ। ਉਹ ਵੀ ਨਹੀਂ ਹੋ ਸਕਿਆ। ਦਾਈ ਨੂੰ ਭੇਜਿਆ ਕਿ ਤੂੰ ਬਹਾਨੇ ਨਾਲ ਬੱਚੇ ਨੂੰ ਗੋਦੀ ਵਿੱਚ ਚੁੱਕ ਕੇ ਆਪਣਾ ਦੁੱਧ ਪਿਲਾਈ, ਅਤੇ ਉਸ ਦੇ ਥਣ ਉੱਤੇ ਜ਼ਹਿਰ ਲਗਾ ਦਿੱਤੀ ਅਤੇ ਤਾਂ ਕਿ ਬੱਚਾ ਥਣ ਚੁੰਗੇਗਾ ਅਤੇ ਜ਼ਹਿਰ ਦੇ ਨਾਲ ਬੱਚਾ ਜਿਹੜਾ ਉਹ ਖਤਮ ਹੋ ਜਾਏਗਾ। ਉਹ ਵੀ ਨਹੀਂ ਹੋ ਸਕਿਆ, ਨਹੀਂ ਹੋ ਪਾਇਆ। ਫਿਰ ਕੋਸ਼ਿਸ਼ ਕੀਤੀ ਕਿ ਬੱਚੇ ਗੁਰੂ ਹਰਗੋਬਿੰਦ ਸਾਹਿਬ ਤਦ ਤੱਕ ਬਾਹਰ ਗਲੀਆਂ ਵਿੱਚ ਖੇਡਣ ਲੱਗ ਪਏ ਸੀ। ਇੱਕ ਬੱਚੇ ਨੂੰ ਬੁਲਾ ਕੇ ਉਸ ਨੂੰ ਮਿਠਾਈ ਦਿੱਤੀ, ਇੱਕ ਅੱਛੀ ਅਤੇ ਇੱਕ ਜ਼ਹਿਰ ਵਾਲੀ। ਉਹਨੂੰ ਕਿਹਾ ਤੂੰ ਇਹ ਜੇਬ ਵਿੱਚ ਪਾ ਲੈ, ਇਹ ਵਾਲੀ ਮਿਠਾਈ ਤੂੰ ਖਾਈ ਅਤੇ ਦੂਸਰੀ ਜੇਬ ਵਾਲੀ ਜਿਹੜੀ ਹੈ ਉਹ ਹਰਗੋਬਿੰਦ ਨੂੰ ਦੇਈ। ਲੇਕਿਨ ਹੋਇਆ ਉਲਟਾ। ਉਹ ਬੱਚੇ ਨੇ ਉਲਟਾ ਕੰਮ ਕੀਤਾ। ਉਹ ਜ਼ਹਿਰ ਵਾਲੀ ਮਿਠਾਈ ਉਸਨੇ ਖੁਦ ਖਾ ਲਈ ਔਰ ਉਸ ਦਾ ਪ੍ਰਿਥੀ ਚੰਦ ਦਾ ਝੂਠ ਜਿਹੜਾ ਸੀ ਉਹ ਪ੍ਰਗਟ ਹੋ ਗਿਆ, ਕਿਉਂਕਿ ਬੱਚਾ ਤੜਫਣ ਲੱਗ ਪਿਆ। ਖੈਰ, ਅਸੀਂ ਜ਼ਿਆਦਾ ਉਸ ਵਿਸਤਾਰ ਵਿੱਚ ਨਾ ਜਾਈਏ। ਉਸ ਤੋਂ ਬਾਅਦ ਕੀ ਹੋਇਆ ਕਿ ਰੱਖੇ ਰੱਬ ਅਤੇ ਮਾਰੇ ਕੌਣ। ਜੇ ਪਰਮਾਤਮਾ ਦੀ ਨਜ਼ਰ ਸਵੱਲੀ ਹੋਏ ਤਾਂ ਕੋਈ ਵੀ ਇਨਸਾਨ ਜਿਹੜਾ ਉਹ ਦੂਸਰੇ ਇਨਸਾਨ ਨੂੰ ਖਤਮ ਨਹੀਂ ਕਰ ਸਕਦਾ। ਸੋ ਉਸ ਦੇ ਸਾਰੇ ਜਿਹੜੇ ਯਤਨ ਸੀ ਉਹ ਨਿਫਲ ਗਏ ਔਰ ਗੁਰੂ ਮਹਾਰਾਜ ਦੀ ਚੜ੍ਹਦੀ ਕਲਾ ਹੁੰਦੀ ਗਈ। ਗੁਰੂ ਹਰਗੋਬਿੰਦ ਸਾਹਿਬ ਦੀ ਹੌਲੀ ਹੌਲੀ ਬਚਪਨ ਦੇ ਵਿੱਚ ਹੀ ਇੱਕ ਬੜੀ ਅੱਛੀਆਂ ਨਿਸ਼ਾਨੀਆਂ ਜਿਹੜੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਕਿ ਵੱਡੇ ਹੋ ਕੇ ਕਿਤਨੇ ਵੀਰ ਬਹਾਦਰ ਬਣਨਗੇ ਔਰ ਬੜੇ ਵੱਡੇ ਮਹਾਂਪੁਰਸ਼ ਬਣਨਗੇ। ਉਸ ਤੋਂ ਬਾਅਦ ਇਤਨੀ ਕਿਰਪਾ ਹੋਈ ਕਿ ਉਹ ਫਿਜ਼ੀਕਲ ਗਰੋਥ ਉਹਨਾਂ ਦੀ ਬਹੁਤ ਅੱਛੀ ਸੀ। ਬੜੀ ਥੋੜ੍ਹੀ ਉਮਰ ਵਿੱਚ ਹੀ ਉਹਨਾਂ ਦੇ ਬੜਾ ਹੀ ਸਰੀਰ ਉੱਚਾ, ਲੰਮਾ, ਸੁਡੌਲ, ਬਹੁਤ ਅੱਛਾ ਸਰੀਰ ਸੀ ਉਹਨਾਂ ਦਾ ਬਣ ਗਿਆ। ਅਤੇ ਜਵਾਨੀ ਤੱਕ ਪਹੁੰਚਦਿਆਂ ਉਹਨਾਂ ਦੀ ਹਾਈਟ ਔਰ ਉਹਨਾਂ ਦਾ ਸਰੀਰ ਦੇਖਣ ਵਾਲਾ ਸੀ, ਬਹੁਤ ਹੀ ਕਮਾਲ ਦਾ ਔਰ ਬਹੁਤ ਹੀ ਸਟਰੋਂਗ ਸੀ। ਔਰ ਸ਼ੌਂਕ ਜਿਹੜੇ ਸਨ ਉਹ ਵੀ ਉਹਨਾਂ ਦਾ ਧਿਆਨ ਜਿਹੜਾ ਸੀ ਉਹ ਸ਼ਸਤਰਾਂ ਵਾਲੇ ਪਾਸੇ, ਬਚਪਨ ਤੋਂ ਹੀ ਪਿਆਰ ਜਿਹੜਾ ਸੀ ਉਹ ਸ਼ਸਤਰਾਂ ਵਾਲੇ ਪਾਸੇ ਸੀ। ਸੋ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਸਿੱਖਿਆ ਦੀ ਜ਼ਿੰਮੇਵਾਰੀ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੂੰ ਬਖਸ਼ੀ। ਸੋ ਭਾਈ ਗੁਰਦਾਸ ਜੀ ਨੇ ਆਤਮਿਕ ਜੀਵਨ, ਗੁਰਬਾਣੀ ਦੀ ਸੋਝੀ, ਇਹ ਸਾਰਾ ਕੁਛ ਭਾਈ ਗੁਰਦਾਸ ਜੀ ਦੇ ਕੋਲੋਂ ਉਹਨਾਂ ਨੇ ਸਿੱਖਿਆ ਅਤੇ ਸ਼ਸਤਰ ਵਿੱਦਿਆ ਜਿਹੜੀ ਸੀ ਉਹ ਬਾਬਾ ਬੁੱਢਾ ਜੀ ਨੇ ਦਿੱਤੀ। ਔਰ ਦੇਖਦੇ ਦੇਖਦੇ ਹੀ ਉਹ ਸ਼ਿਕਾਰ ਖੇਡਣ ਜਾਣ ਲੱਗ ਪਏ। ਸ਼ਸਤਰਾਂ ਦੇ ਨਾਲ ਬੜੇ ਅੱਛੇ ਕੰਮ ਜਿਹੜੇ ਸੀ ਉਹ ਕਰਨ ਲੱਗ ਪਏ। ਹੁਣ ਸਮਾਂ ਐਸਾ ਆਇਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਫੈਸਲਾ ਹੋ ਗਿਆ। ਜਹਾਂਗੀਰ ਨੇ ਹੁਕਮ ਜਾਰੀ ਕਰ ਦਿੱਤਾ ਸੀ ਕਿ ਉਹਨਾਂ ਨੂੰ ਲਾਹੌਰ ਬੁਲਾਇਆ ਜਾਏ
ਔਰ ਉਹਨਾਂ ਨੂੰ ਸਜ਼ਾ ਦਿੱਤੀ ਜਾਏ। ਸੋ ਗੁਰੂ ਅਰਜਨ ਦੇਵ ਜੀ ਨੂੰ ਤਾਂ ਪਤਾ ਸੀ ਕਿ ਹੁਣ ਇਹ ਕੀ ਹੋਣ ਵਾਲਾ ਹੈ, ਉਹਨਾਂ ਨੂੰ ਅਗਮ ਨਿਗਮ ਦੀ ਸਾਰੀ ਖਬਰ ਸੀ। ਸੋ ਉਹਨਾਂ ਨੂੰ ਇਹ 'ਚ ਕੁਛ ਫਿਊਚਰ ਜਿਹੜਾ ਸੀ ਉਹ ਨਜ਼ਰ ਆ ਰਿਹਾ ਸੀ। ਸੋ ਇੱਕ ਦਿਨ ਉਹਨਾਂ ਨੇ ਕੀਤਾ, ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ ਨੂੰ ਆਪਣੇ ਕੋਲ ਬੁਲਾ ਕੇ ਅਤੇ ਸਲਾਹ ਕੀਤੀ ਕਿ ਹੁਣ ਗੁਰਗੱਦੀ ਦੀ ਜ਼ਿੰਮੇਵਾਰੀ ਹਰਗੋਬਿੰਦ ਨੂੰ ਦੇ ਦੇਣੀ ਚਾਹੀਦੀ ਹੈ। ਤਾਂ ਭਾਈ ਗੁਰਦਾਸ ਜੀ ਬੜੇ ਹੈਰਾਨ ਹੋ ਗਏ ਅਤੇ ਕਹਿਣ ਲੱਗੇ, ਮਹਾਰਾਜ ਇਸ ਗੱਲ ਦੀ ਜਲਦੀ ਕੀ ਹੈ? ਉਹ ਅਜੇ ਬੱਚੇ ਨੇ, 11 ਸਾਲ ਦੀ ਉਮਰ ਸੀ ਉਸ ਵਕਤ, ਗੁਰੂ ਹਰਗੋਬਿੰਦ ਸਾਹਿਬ ਦੀ 11 ਸਾਲ ਦੀ ਉਮਰ ਸੀ। ਸੋ ਭਾਈ ਗੁਰਦਾਸ ਜੀ ਨੇ ਕਿਹਾ ਕਿ ਅਜੇ ਬਚਪਨ ਹੈ, ਉਹ ਇਤਨੀ ਵੱਡੀ ਜ਼ਿੰਮੇਵਾਰੀ ਨੂੰ ਸੰਭਾਲ ਪਾਉਣਗੇ ਕਿ ਨਹੀਂ ਸੰਭਾਲ ਪਾਉਣਗੇ, ਤਾਂ ਇਸ ਗੱਲ ਦੀ ਜਲਦੀ ਕੀ ਹੈ? ਸੋ ਮਹਾਰਾਜ ਕਹਿਣ ਲੱਗੇ, ਗੁਰਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲਣਾ ਤੇ ਗੁਰੂ ਨਾਨਕ ਦੀ ਮਰਜ਼ੀ ਹੈ। ਉਮਰ ਚਾਹੇ ਕਿਤਨੀ ਵੀ ਹੋਏ, ਜੋਤ ਗੁਰੂ ਨਾਨਕ ਦੀ ਉਸ ਦੇ ਅੰਦਰ ਵਰਤ ਰਹੀ ਹੈ। ਸੋ ਸੰਭਾਲਣ ਦਾ ਕੰਮ ਤੇ ਗੁਰੂ ਨਾਨਕ ਦੀ ਜੋਤ ਨੇ ਕਰਨਾ ਹੈ। ਸਰੀਰ ਛੋਟਾ ਹੋ ਜਾਂ ਵੱਡਾ ਹੋਏ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਹੁਣ ਸਾਨੂੰ ਉਹਨਾਂ ਨੂੰ ਗੁਰਗੱਦੀ ਜਿਹੜੀ ਹੈ, ਉਹ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਦੇ ਦੇਣੀ ਚਾਹੀਦੀ ਹੈ। ਸੋ ਚੁੱਪ ਕਰ ਗਏ, ਭਾਈ ਗੁਰਦਾਸ ਜੀ ਚੁੱਪ ਕਰ ਗਏ। ਲੇਕਿਨ ਬਾਬਾ ਬੁੱਢਾ ਜੀ ਨੇ, ਬਜ਼ੁਰਗ ਸਨ, ਜ਼ਿੰਦਗੀ ਦਾ ਤਜਰਬਾ ਸੀ, ਉਹਨਾਂ ਨੇ ਇੱਕਦਮ ਕਿਹਾ ਕਿ ਮਹਾਰਾਜ ਜਲਦੀ ਕੋਈ ਨਹੀਂ, ਤੁਸੀਂ ਲਾਹੌਰ ਜਾਣਾ ਹੈ, ਬਾਦਸ਼ਾਹ ਦੇ ਨਾਲ ਤੁਹਾਡੀ ਮੁਲਾਕਾਤ ਹੋਏਗੀ, ਗੱਲਬਾਤ ਹੋਏਗੀ, 2-4 ਦਿਨਾਂ ਨੂੰ ਵਾਪਸ ਆ ਜਾਓਗੇ। ਜਦ ਵਾਪਸ ਆ ਜਾਓਗੇ ਤੇ ਆ ਕੇ ਫਿਰ ਅਸੀਂ ਇਹਨਾਂ ਨੂੰ ਗੁਰਗੱਦੀ ਦੀ ਰਸਮ ਜਿਹੜੀ ਅਸੀਂ ਕਰਾਂਗੇ। ਲੇਕਿਨ ਮਹਾਰਾਜ ਨੇ ਉਹਨਾਂ ਨੂੰ ਦਿਖਾਈ ਦੇ ਰਿਹਾ ਸੀ ਕਿ ਜੇ ਜਾਣਾ ਤੇ ਵਾਪਸ ਨਹੀਂ ਆਉਣਾ, ਵਾਪਸ ਆਉਣਾ ਨਹੀਂ ਹੈ। ਸੋ ਕਿਉਂ ਨਾ ਇਹ ਕੰਮ ਜਿਹੜਾ ਇਹ ਪਹਿਲੇ ਹੀ ਕਰ ਦਿੱਤਾ ਜਾਏ। ਸੋ ਉਹਨਾਂ ਨੇ ਕਿਹਾ ਨਹੀਂ, ਸੰਗਤ ਬੁਲਾ ਕੇ 1-2 ਦਿਨਾਂ ਦੇ ਬਾਅਦ ਹੀ ਸੰਗਤ ਦੇ ਵਿੱਚ ਉਹਨਾਂ ਨੇ ਪ੍ਰੋਪਰਲੀ, ਜਿਸ ਤਰ੍ਹਾਂ ਪਹਿਲੇ ਗੁਰਗੱਦੀ ਦੀ ਰਸਮ ਨਿਭਾਈ ਜਾਂਦੀ ਸੀ, ਉਸੇ ਤਰੀਕੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੱਗੇ 5 ਪੈਸੇ ਨਾਲੀਅਲ ਰੱਖ ਕੇ ਮੱਥਾ ਟੇਕਿਆ ਔਰ 3 ਵਾਰੀ ਪਰਿਕਰਮਾ ਕੀਤੀ। ਪਰਿਕਰਮਾ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਇਹ ਬਾਬਾ ਬੁੱਢਾ ਜੀ, ਤੁਸੀਂ ਸ਼ੁਰੂ ਤੋਂ ਦੂਜੀ ਪਾਤਸ਼ਾਹੀ ਤੋਂ ਲੈ ਕੇ ਤੇ ਇਹ ਰਸਮ ਨਿਭਾਉਂਦੇ ਚਲੇ ਆ ਰਹੇ ਹੋ। ਗੁਰਗੱਦੀ ਦੇਣ ਦੀ ਰਸਮ ਬਾਬਾ ਬੁੱਢਾ ਜੀ ਨਿਭਾਉਂਦੇ ਚਲੇ ਆ ਰਹੇ ਸੀ। ਗੁਰੂ ਨਾਨਕ ਦੇਵ ਜੀ ਤੇ ਤੁਰੋਂ ਹੀ ਗੁਰੂ ਬਣ ਕੇ ਆਏ ਸੀ, ਉਹਨਾਂ ਨੂੰ ਤਾਂ ਗੁਰਗੱਦੀ ਦੀ ਬਖਸ਼ਿਸ਼ ਕਿਸੇ ਨੇ ਕਰਨੀ ਹੀ ਨਹੀਂ ਸੀ। ਲੇਕਿਨ ਜਦੋਂ ਲਹਿਣਾ ਜੀ ਨੂੰ ਗੁਰਗੱਦੀ ਦੇਣੀ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਵਾਸਤੇ ਕਿਸ ਨੂੰ ਚੁਣਿਆ? ਬਾਬਾ ਬੁੱਢਾ ਜੀ ਨੂੰ ਚੁਣਿਆ। ਤੇ ਬਾਬਾ ਬੁੱਢਾ ਜੀ ਨੇ ਗੁਰਿਆਈ ਦਾ ਤਿਲਕ ਲਗਾਇਆ ਭਾਈ ਲਹਿਣਾ ਜੀ ਨੂੰ ਤੇ ਗੁਰੂ ਅੰਗਦ ਦਾ ਰੂਪ ਦੇ ਦਿੱਤਾ, ਦੂਜੀ ਪਾਤਸ਼ਾਹੀ ਉਹ ਬਣ ਗਏ। ਸਾਡੇ ਇਤਿਹਾਸ ਵਿੱਚ ਕਿਤਨੀ ਅਜੀਬ, ਬਿਲਕੁਲ ਅਨਹੋਣੀ ਗੱਲ ਹੈ ਜੋ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ਕਿ ਸਾਰੇ ਗੁਰੂ ਸਾਹਿਬਾਨ ਨੇ ਆਪਣੇ ਜਿੰਦੇ ਜੀ ਆਪਣਾ ਉੱਤਰਾਧਿਕਾਰੀ ਥਾਪ ਕੇ ਗੁਰਗੱਦੀ ਬਖਸ਼ਿਸ਼ ਕਰਕੇ, ਗੁਰਗੱਦੀ ਬਖਸ਼ਿਸ਼ ਕਰਕੇ ਜ਼ਿੰਮੇਵਾਰੀ ਪਹਿਲੇ ਹੀ ਉਹ ਦੇ ਦਿੰਦੇ ਸੀ। ਦੁਨੀਆ 'ਤੇ ਕੋਈ ਵੀ ਰਾਜਾ, ਕੋਈ ਵੀ ਮਹਾਂਪੁਰਸ਼, ਕੋਈ ਸੰਤ ਮਹਾਤਮਾ ਆਪਣੀ ਗੱਦੀ ਬਿਲਕੁਲ ਨਹੀਂ ਛੱਡਦਾ। ਉਸਦੇ ਸੰਸਾਰ ਤੋਂ ਜਾਣ ਤੋਂ ਬਾਅਦ ਫੈਸਲਾ ਕੀਤਾ ਜਾਂਦਾ ਹੈ ਕਿ ਹੁਣ ਇਹ ਗੱਦੀ ਕਿਸ ਨੂੰ ਮਿਲੇਗੀ। ਰਾਜਾਵਾਂ ਦੀਆਂ ਗੱਦੀਆਂ ਤਾਂ ਉਹਨਾਂ ਦੇ ਪੁੱਤਰਾਂ ਨੂੰ ਮਿਲਦੀਆਂ ਸੀ, ਪਰ ਮਹਾਂਪੁਰਸ਼ਾਂ ਦੀਆਂ, ਸੰਤਾਂ ਦੀਆਂ ਗੱਦੀਆਂ ਵੀ ਜਿਹੜੀਆਂ ਚੱਲਦੀਆਂ ਸਨ, ਉਹ ਵੀ ਸੇਵਕਾਂ ਵਿੱਚੋਂ ਕਿਸੇ ਨੂੰ ਦਿੱਤੀ ਜਾਂਦੀ ਸੀ, ਪਰ ਬਾਅਦ ਵਿੱਚ। ਲੇਕਿਨ ਗੁਰੂ ਸਾਹਿਬਾਨ ਨੇ ਐਸਾ ਇੱਕ ਐਗਜ਼ਾਮਪਲ ਸੈੱਟ ਕੀਤਾ ਕਿ ਆਪਣੇ ਜਿੰਦੇ ਜੀ ਹੀ ਆਪਣਾ ਉੱਤਰਾਧਿਕਾਰੀ ਥਾਪ ਦਿੰਦੇ ਸਨ ਅਤੇ ਬਕਾਇਦਾ ਸੰਗਤ ਦੇ ਵਿੱਚ ਓਪਨਲੀ ਅਨਾਊਂਸਮੈਂਟ ਕਰਕੇ ਅਤੇ ਅਗਲੀ ਪਾਤਸ਼ਾਹੀ ਉਹ ਥਾਪ ਦਿੰਦੇ ਸਨ। ਸੋ ਉਸੇ ਪਰੰਪਰਾ ਨੂੰ ਅੱਗੇ ਚਲਾਉਂਦੇ ਹੋਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਕੋਲੋਂ ਦਿਲਵਾ ਦਿੱਤਾ ਅਤੇ ਸੰਗਤ ਦੇ ਵਿੱਚ ਖੁਸ਼ੀਆਂ ਹੋ ਗਈਆਂ ਕਿ 6ਵੀਂ ਪਾਤਸ਼ਾਹੀ ਕੌਣ ਹੋਏਗਾ? ਗੁਰੂ ਹਰਗੋਬਿੰਦ ਸਾਹਿਬ ਹੋਣਗੇ। ਔਰ ਇਸ ਤੋਂ ਹੀ ਗੁਰਗੱਦੀ ਦੀ ਬਖਸ਼ਿਸ਼ ਤੋਂ ਕੁਝ ਦਿਨਾਂ ਦੇ ਬਾਅਦ, 8-10 ਦਿਨ ਦਾ ਗੈਪ ਹੈ ਸਿਰਫ ਉਹਦੇ ਵਿੱਚ, ਜਿਸ ਤਰ੍ਹਾਂ ਹੁਣ ਅਸੀਂ ਗੁਰਪੁਰਬ ਮਨਾਇਆ ਗੁਰਗੱਦੀ ਦਿਵਸ ਔਰ ਮਹਾਰਾਜ ਦਾ ਸ਼ਹੀਦੀ ਦਿਵਸ ਅੱਗੇ ਆ ਰਿਹਾ। ਸੋ ਥੋੜ੍ਹੇ ਹੀ ਦਿਨਾਂ ਦਾ ਗੈਪ ਹੈ। ਜਦੋਂ ਗੁਰੂ ਅਰਜਨ ਦੇਵ ਜੀ ਲਾਹੌਰ ਗਏ ਅਤੇ ਫਿਰ ਸਾਰੇ ਤਸੀਹੇ ਚੱਲਦੇ ਹੋਏ ਕਿਸ ਤਰੀਕੇ ਨਾਲ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਇਹ ਪ੍ਰਸੰਗ ਜਿਹੜਾ ਹੈ ਅਗਲੇ ਹਫ਼ਤੇ ਕਰਾਂਗੇ ਸ਼ਹੀਦੀ ਦਾ। ਲੇਕਿਨ ਇੱਥੇ ਇੱਕ ਗੱਲ ਦੱਸਣੀ ਬੜੀ ਜ਼ਰੂਰੀ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਾਂ ਅਗਮ ਨਿਗਮ ਦੀ ਖਬਰ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਗੱਦੀ 'ਤੇ ਜਦੋਂ ਬਿਰਾਜਮਾਨ ਹੋਏ, ਇੱਕ ਤਾਂ ਉਹਨਾਂ ਦਾ ਵੈਸੇ ਹੀ ਰੁਝਾਨ ਸ਼ਸਤਰਾਂ ਵਾਲੇ ਪਾਸੇ ਸੀ। ਦੂਸਰੀ ਗੱਲ ਇਹ ਹੋਈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਉਹਨਾਂ ਦੇ ਮਨ 'ਤੇ ਬਹੁਤ ਹੀ ਡੂੰਘਾ ਅਸਰ ਪਿਆ, ਬਹੁਤ ਗਹਿਰਾ ਅਸਰ ਪਿਆ ਕਿ ਇਹ ਕੀ ਹੋਇਆ। ਇਤਨੇ ਤਸੀਹੇ ਦੇ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ, ਉਹਨਾਂ ਦਾ ਕੀ ਕਸੂਰ ਸੀ? ਇੰਨੀਆਂ ਸਖਤ ਸਜ਼ਾਵਾਂ ਉਸ ਵਕਤ ਕਿਸ ਨੂੰ ਦਿੱਤੀਆਂ ਜਾਂਦੀਆਂ ਸੀ? ਜਿਹੜਾ ਕੋਈ ਚੋਰੀ ਕਰੇ, ਡਾਕਾ ਮਾਰੇ, ਕਿਸੇ ਦੀ ਜ਼ਮੀਨ ਖੋਏ, ਕਿਸੇ ਦੇ ਉੱਤੇ ਹਮਲਾ ਕਰੇ, ਕਿਸੇ ਦਾ ਕਤਲ ਕਰੇ। ਸੋ ਇਹੋ ਜਿਹੀਆਂ ਸਜ਼ਾਵਾਂ, ਇੰਨੀਆਂ ਸਖਤ ਸਜ਼ਾਵਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿਉਂ ਦਿੱਤੀਆਂ ਗਈਆਂ? ਸੋ ਉਸ ਚੀਜ਼ ਦੇ ਉੱਤੇ ਬੜਾ ਸੋਚਦੇ ਰਹੇ, ਬੜਾ ਸੋਚਦੇ ਰਹਿੰਦੇ ਸਨ। ਔਰ ਉਹਨਾਂ ਦੀ ਸੋਚ ਦਾ ਅਸਰ ਬਹੁਤ ਲੰਬਾ,
ਬਹੁਤ ਵੱਡਾ ਅਸਰ ਹੋਇਆ। ਸਾਡੇ ਸਿੱਖ ਇਤਿਹਾਸ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ। ਉਹਨਾਂ ਨੇ ਇੱਕ ਨਵਾਂ, ਬਿਲਕੁਲ ਨਵਾਂ ਆਈਡੀਆ ਉਹ ਦਿੱਤਾ ਕਿ ਭਗਤੀ ਦੀ ਰੱਖਿਆ ਕਰਨ ਵਾਸਤੇ ਹੁਣ ਸਾਨੂੰ ਸ਼ਕਤੀ ਦੀ ਲੋੜ ਹੈ। ਜੇ ਸਾਡੇ ਕੋਲ ਸ਼ਕਤੀ ਨਹੀਂ ਹੋਏਗੀ ਤੇ ਇਹ ਜਿਹੜੇ ਸ਼ਕਤੀ ਵਾਲੇ ਲੋਕ ਨੇ, ਕਿਉਂਕਿ ਭਗਤਾਂ ਦੀ ਤੇ ਬਾਦਸ਼ਾਹਾਂ ਦੀ ਕਦੇ ਆਪਸ ਵਿੱਚ ਬਣਦੀ ਨਹੀਂ, ਕਿਉਂਕਿ ਭਗਤ ਸੱਚਾਈ ਤੇ ਖੜੇ ਨੇ ਔਰ ਬਾਦਸ਼ਾਹੀ ਪੋਲੀਟਿਕਸ ਉਹ ਝੂਠ ਤੋਂ ਬਿਨਾਂ ਚੱਲਦਾ ਹੀ ਨਹੀਂ ਹੈ। ਸੋ ਇਹਨਾਂ ਦੀ ਦੋਨਾਂ ਦੀ ਸ਼ੁਰੂ ਤੋਂ ਕਦੀ ਬਣੀ ਨਹੀਂ ਔਰ ਹਮੇਸ਼ਾ ਹੀ ਰਾਜੇ ਲੋਕ ਭਗਤਾਂ ਦੇ ਉੱਤੇ ਜ਼ੁਲਮ ਕਰਦੇ ਆਏ। ਇਤਿਹਾਸ ਵਿੱਚ ਕਿਤਨੇ ਹੀ ਐਗਜ਼ਾਮਪਲ ਮਿਲਦੇ ਨੇ, ਇੱਕ ਨਹੀਂ ਹਜ਼ਾਰਾਂ ਐਗਜ਼ਾਮਪਲ ਮਿਲਦੇ ਨੇ, ਜਦੋਂ ਹਮੇਸ਼ਾ ਬਾਦਸ਼ਾਹਾਂ ਨੇ ਭਗਤਾਂ ਨੂੰ ਪਰੇਸ਼ਾਨ ਕੀਤਾ, ਭਗਤਾਂ ਨੂੰ ਸਜ਼ਾਵਾਂ ਦਿੱਤੀਆਂ, ਉਹਨਾਂ ਨੂੰ ਤਸੀਹੇ ਦਿੱਤੇ। ਸੋ ਇਹ ਚੀਜ਼ ਉਹਨਾਂ ਦੇ ਮਨ ਵਿੱਚ ਚਲਦੀ ਤੇ ਉਹਨਾਂ ਨੇ ਇੱਕ ਦਿਨ ਸੰਗਤ ਵਿੱਚ ਇਹ ਡਿਕਲੇਅਰ ਕਰ ਦਿੱਤਾ ਕਿ ਹੁਣ ਭਗਤੀ ਦੇ ਨਾਲ ਸਾਨੂੰ ਸ਼ਕਤੀ ਦੀ ਵੀ ਲੋੜ ਹੈ। ਭਗਤੀ ਨੂੰ ਛੱਡਣਾ ਨਹੀਂ, ਇਹ ਨਹੀਂ ਕਿ ਗੁਰਬਾਣੀ ਪੜ੍ਹਨੀ ਛੱਡ ਦਿਓ, ਨਿਤਨੇਮ ਕਰਨਾ ਛੱਡ ਦਿਓ, ਬਿਲਕੁਲ ਨਹੀਂ, ਉਹ ਚੱਲਦਾ ਰਹੇਗਾ। ਲੇਕਿਨ ਅਸੀਂ ਆਪਣੇ ਆਪ ਨੂੰ ਬਲਵਾਨ ਬਣਾਉਣਾ ਹੈ, ਫਿਜ਼ੀਕਲੀ, ਮੈਂਟਲੀ ਔਰ ਸਪਿਰਿਚੁਅਲੀ, ਹਰ ਤਰੀਕੇ ਦੇ ਨਾਲ ਅਸੀਂ ਹੁਣ ਬਲਵਾਨ ਬਣਨਾ ਹੈ ਅਤੇ ਭਗਤੀ ਦੀ ਰੱਖਿਆ ਕਰਨੀ ਹੈ। ਜੇ ਅਸੀਂ ਬਲਵਾਨ ਨਹੀਂ ਬਣਾਂਗੇ ਤਾਂ ਬਾਦਸ਼ਾਹ ਲੋਕ ਹਮੇਸ਼ਾ ਭਗਤਾਂ ਨੂੰ ਮਾਰਦੇ ਹੀ ਰਹਿਣਗੇ, ਉਹ ਕਦੀ ਭਗਤੀ ਨੂੰ ਚੱਲਣ ਨਹੀਂ ਦੇਣਗੇ। ਉਹਦੇ ਵਾਸਤੇ ਸਾਨੂੰ ਇੱਕ ਤਾਂ ਫਿਜ਼ੀਕਲ ਸਟਰੈਂਥ ਦੀ ਲੋੜ ਹੈ, ਇੱਕ ਮੈਂਟਲੀ ਆਤਮਾ ਦੇ ਵਿੱਚ ਇਤਨਾ ਆਤਮਕ ਬਲ ਹੋਣਾ ਚਾਹੀਦਾ ਹੈ ਕਿ ਬੰਦਾ ਸੱਚਾਈ ਦੇ ਉੱਤੇ ਖੜਾ ਰਹੇ ਔਰ ਸੱਚਾਈ ਵਾਸਤੇ ਜਾਨ ਦੇਣ ਨੂੰ ਵੀ ਤਿਆਰ ਹੋ ਜਾਏ। ਸੋ ਉਹਨਾਂ ਨੇ ਓਪਨਲੀ ਸੰਗਤ ਦੇ ਵਿੱਚ ਇਹ ਗੱਲ ਕਹਿ ਦਿੱਤੀ ਕਿ ਹੁਣ ਅਸੀਂ ਸ਼ਕਤੀ ਵਾਲੇ ਪਾਸੇ ਵੀ ਧਿਆਨ ਦੇਣਾ ਹੈ। ਸੋ ਗੁਰੂ ਮਹਾਰਾਜ ਦੀ ਗੁਰਗੱਦੀ ਦਿਵਸ ਦੀ ਬਹੁਤ ਵੱਡੀ ਦੇਣ ਇਹੀ ਹੈ ਕਿ ਸਾਡੀ ਸੋਚ ਵਿੱਚ ਇੱਕ ਨਵਾਂ ਮੋੜ ਆ ਗਿਆ ਕਿ ਹੁਣ ਸਿਰਫ ਭਗਤੀ ਨਾਲ ਕੰਮ ਨਹੀਂ ਚੱਲਣਾ। ਹੁਣ ਇੱਕ ਇਹ ਭਗਤੀ ਔਰ ਸ਼ਕਤੀ ਦਾ ਸੁਮੇਲ ਇਹ ਕਿਸ ਦੀ ਬਖਸ਼ਿਸ਼ ਹੈ? ਇਹ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਹੈ। ਉਹਨਾਂ ਨੇ ਕਹਿ ਦਿੱਤਾ ਮੇਰੇ ਵਾਸਤੇ ਸੰਗਤਾਂ ਆਉਣ, ਪੇਟਾ ਲਿਆਉਣ ਦੀ ਲੋੜ ਨਹੀਂ, ਪੈਸਾ, ਸੋਨਾ, ਚਾਂਦੀ, ਕਾਲੀਨ, ਕੱਪੜੇ ਇਹ ਲਿਆਉਣ ਦੀ ਲੋੜ ਨਹੀਂ, ਸ਼ਸਤਰ ਲਿਆਂਦੇ ਜਾਣ, ਘੋੜੇ ਲਿਆਂਦੇ ਜਾਣ ਔਰ ਨੌਜਵਾਨ ਆਪਣੀਆਂ ਜਵਾਨੀਆਂ ਭੇਟ ਕਰਨ ਤਾਂ ਕਿ ਅਸੀਂ ਆਪਣੇ ਪੰਥ ਦੀ, ਆਪਣੇ ਧਰਮ ਦੀ ਅਸੀਂ ਰੱਖਿਆ ਕਰ ਸਕੀਏ। ਸੋ ਉਹਨਾਂ ਦਾ ਗੁਰਗੱਦੀ ਦਿਵਸ ਜਿਹੜਾ ਅਸੀਂ ਮਨਾਉਂਦੇ ਹਾਂ, ਉਸ ਦੀ ਸਭ ਤੋਂ ਵੱਡੀ ਉਹਦੇ ਵਿੱਚ ਗੱਲ, ਵਿਲੱਖਣ ਗੱਲ, ਅਲੱਗ ਗੱਲ ਇਹ ਹੈ ਕਿ ਉਹਨਾਂ ਨੇ ਸਾਡੀ ਸੋਚ ਨੂੰ ਹੀ ਬਦਲ ਦਿੱਤਾ। ਗੁਰਗੱਦੀ 'ਤੇ ਬੈਠਦਿਆਂ ਹੀ ਸੋਚ ਨੂੰ ਬਦਲ ਦਿੱਤਾ। ਉਹ ਇਸ ਤੋਂ ਬਾਅਦ ਫਿਰ ਉਹਨਾਂ ਨੇ 4 ਲੜਾਈਆਂ ਕੀਤੀਆਂ, 4 ਲੜਾਈਆਂ ਲੜੀਆਂ, ਯੁੱਧ ਲੜੇ ਮੁਗਲਾਂ ਦੇ ਨਾਲ, ਬੜੀ ਥੋੜ੍ਹੀ ਸੰਗਤ ਨਾਲ, ਬੜੀ ਵੱਡੀਆਂ ਸੈਨਾਵਾਂ ਦੇ ਨਾਲ ਔਰ ਚਾਰੋਂ ਦੇ ਚਾਰਾਂ ਵਿੱਚ ਜਿੱਤ ਪ੍ਰਾਪਤ ਕੀਤੀ। ਔਰ ਇਸ ਦਾ ਅਸਰ ਹੋਇਆ ਹੌਲੀ ਹੌਲੀ ਟਾਈਮ ਪਾ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਫਿਰ ਇੱਕ ਨਵੀਂ ਕੌਮ ਹੀ ਬਣਾ ਦਿੱਤੀ, ਇੱਕ ਮਾਰਸ਼ਲ ਕੌਮ ਹੀ ਬਣਾ ਦਿੱਤੀ। ਲੇਕਿਨ ਉਸ ਦੀ ਨੀਂਹ ਜਿਹੜੀ ਰੱਖੀ ਸੀ ਉਸ ਮਾਰਸ਼ਲ ਕੌਮ ਦੀ, ਉਹ ਕਿਸ ਨੇ ਰੱਖੀ ਸੀ? ਉਹ ਗੁਰੂ ਹਰਗੋਬਿੰਦ ਸਾਹਿਬ ਨੇ ਰੱਖੀ ਸੀ। ਸੋ ਮੈਨੂੰ ਲੱਗਦਾ ਸਮਾਂ ਕਾਫੀ ਹੋ ਗਿਆ, ਅੱਜ ਦੀਆਂ ਵਿਚਾਰਾਂ ਨੂੰ ਇੱਥੇ ਹੀ ਮੈਂ ਸੰਕੋਚ ਇੱਥੇ ਹੀ ਸਮੇਟਦੀ ਹਾਂ। ਸੋ ਅੱਗੋਂ ਮਹਾਰਾਜ ਜਿਵੇਂ ਕਿਰਪਾ ਕਰਨਗੇ ਅਗਲੇ ਹਫ਼ਤੇ ਤੇ ਸ਼ਹੀਦੀ ਗੁਰਪੁਰਬ ਹੈ ਹੀ ਹੈ। ਸੋ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਾ ਪ੍ਰਸੰਗ ਕਰਾਂਗੇ। ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।